ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਗੁਰੂ ਪਿਆਰੀ ਸੰਗਤ ਜੀ, ਜੋ ਆਪਾਂ ਕੁਝ ਕੁ ਸਮਾਂ ਵਿਚਾਰਾਂ ਦੀ ਸਾਂਝ ਕਰੀਏ ਕਿ ਸੁਧਾਰ ਲਹਿਰ ਅਤੇ ਇਨਕਲਾਬ ਲਹਿਰ ਦੇ ਵਿੱਚ ਕੀ ਫਰਕ ਹੈ। ਸਿੱਖ ਇਨਕਲਾਬ ਨੇ ਸਮਾਜ ਦੇ ਜਰਜਰੇ ਹੋ ਚੁੱਕੇ ਪੁਰਾਤਨ ਢਾਂਚੇ ਨੂੰ ਮੂਲੋਂ ਹੀ ਬਦਲ ਕੇ ਰੱਖ ਦਿੱਤਾ। ਸੋ ਇਸ ਵਿਸ਼ੇ 'ਤੇ ਆਪਾਂ ਕੁਝ ਕੁ ਸਮਾਂ ਵਿਚਾਰਾਂ ਦੀ ਸਾਂਝ ਪਾਈਏ। ਸਤਿਗੁਰੂ ਸਮੱਤ ਬਖਸ਼ਣ। ਸੋ ਜਿਸ ਵਿੱਚ ਇੱਕ ਜਗਿਆਸੂ ਨੌਜਵਾਨ ਅਤੇ ਵਿਦਵਾਨ ਸਿੰਘ ਦੇ ਕੁਝ ਸਵਾਲ ਜਵਾਬ ਹਨ। ਇੱਕ ਨੌਜਵਾਨ ਵਿਦਵਾਨ ਸਿੰਘ ਨੂੰ ਆ ਕੇ ਕਹਿਣ ਲੱਗਾ ਕਿ ਕਿਉਂ ਭਾਈ ਸਾਹਿਬ ਜੀ, ਕਈ ਵਿਦਵਾਨ ਕਹਿੰਦੇ ਹਨ ਕਿ ਸਿੱਖੀ ਦੀ ਹੋਂਦ ਆਪਣੇ ਆਪ ਵਿੱਚ ਇੱਕ ਇਨਕਲਾਬ ਹੈ, ਤੇ ਕਈ ਕਹਿੰਦੇ ਹਨ ਕਿ ਇਹ ਇੱਕ ਸੁਧਾਰਵਾਦੀ ਲਹਿਰ ਹੈ। ਇਹਨਾਂ ਦੋਹਾਂ ਵਿੱਚ ਕੀ ਫਰਕ ਹੈ? ਤੁਸੀਂ ਮੈਨੂੰ ਇਹਦੇ ਬਾਰੇ ਵਿਸਥਾਰਪੂਰਵਕ ਸਮਝਾਓ ਜੀ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਦੇਖ ਗੁਰੂ ਪਿਆਰਿਆ, ਇਹ ਦੋਨੋਂ ਸ਼ਬਦ ਇਨਕਲਾਬ ਅਤੇ ਸੁਧਾਰਵਾਦ ਭਾਵੇਂ ਆਪਸ ਵਿੱਚ ਸੰਬੰਧਿਤ ਵੀ ਹੈ, ਪਰ ਇਹਨਾਂ ਦੇ ਸ਼ਬਦੀ ਅਰਥਾਂ ਤੋਂ ਇਹਨਾਂ ਦੀ ਭਿੰਨਤਾ ਸਮਝ ਆਉਂਦੀ ਹੈ। ਤਾਂ ਉਹ ਨੌਜਵਾਨ ਕਹਿਣ ਲੱਗਾ ਕਿ ਇਹੋ ਹੀ ਤਾਂ ਮੈਂ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹਨਾਂ ਵਿੱਚ ਫਰਕ ਕੀ ਹੈ। ਤਾਂ ਵਿਦਵਾਨ ਸਿੰਘ ਕਹਿਣ ਲੱਗਾ, ਪਹਿਲੀ ਗੱਲ ਤਾਂ ਇਹ ਹੈ ਕਿ ਸੁਧਾਰ ਦਾ ਮਤਲਬ ਹੁੰਦਾ ਹੈ ਕਿਸੇ ਢਾਂਚੇ ਨੂੰ ਬਿਨਾਂ ਬਦਲੇ ਛੋਟੀਆਂ ਮੋਟੀਆਂ ਉਸ ਦੀਆਂ ਕਮੀਆਂ ਦੂਰ ਕਰਕੇ, ਗਲਤੀਆਂ ਨੂੰ ਦੂਰ ਕਰਕੇ, ਤਬਦੀਲੀਆਂ ਕਰਕੇ ਤਸੱਲੀ ਕਰ ਲੈਣਾ, ਆਪਣੇ ਆਪ ਨੂੰ ਤਸੱਲੀ ਦੇ ਦੇਣਾ ਕਿ ਹੁਣ ਠੀਕ ਹੋ ਗਿਆ ਹੈ। ਜਿਵੇਂ ਕਿ ਤੂੰ ਆਹ ਟਾਕੀਆਂ ਲਾ ਕੇ ਕਮੀਜ਼ ਪਾਉਣ ਜੋਗਾ ਬਣਾ ਲਿਆ, ਜਿਵੇਂ ਕੋਈ ਪੁਰਾਣਾ ਘਰ ਮੁਰੰਮਤ ਕਰਕੇ ਉਸ ਨੂੰ ਵਧੀਆ ਬਣਾ ਲਵੇ ਪਰ ਉਸ ਨੂੰ ਬਦਲਿਆ ਨਹੀਂ, ਇਹਦਾ ਮਤਲਬ ਹੈ ਕਿ ਇਹ ਸੁਧਾਰ ਹੈ। ਪਰ ਇਨਕਲਾਬ ਦਾ ਅਰਥ ਇਹ ਕੁਝ ਵੱਖਰਾ ਹੈ। ਤਾਂ ਨੌਜਵਾਨ ਕਹਿਣ ਲੱਗਾ ਕਿ ਇਨਕਲਾਬ ਦਾ ਅਰਥ ਕੀ ਹੈ, ਮੈਨੂੰ ਜਰਾ ਵਿਸਥਾਰ ਨਾਲ ਸਮਝਾਓ ਜੀ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਇਨਕਲਾਬ ਦਾ ਮਤਲਬ ਹੈ ਕਿ ਜੋ ਪਰੰਪਰਾਵਾਦੀ ਪ੍ਰਬੰਧ ਚੱਲ ਰਿਹਾ ਹੈ, ਉਸ ਦੇ ਮੂਲ ਜਾਂ ਬੁਨਿਆਦੀ ਢਾਂਚੇ ਨੂੰ ਬਦਲ ਕੇ ਉਹਦੀ ਜਗ੍ਹਾ ਨਵਾਂ ਪ੍ਰਬੰਧ ਜਾਂ ਨਵਾਂ ਢਾਂਚਾ ਸਿਰਜ ਦੇਣਾ। ਜਿਵੇਂ ਤੂੰ ਪਾਟੀ ਹੋਈ ਕਮੀਜ਼ ਲਾ ਕੇ ਸੁੱਟ ਦੇਵੇਂ ਤੇ ਇਹਦੀ ਥਾਂ 'ਤੇ ਨਵੀਂ ਸਵਾ ਕੇ ਪਾ ਲਵੇਂ, ਜਿਵੇਂ ਕੋਈ ਪੁਰਾਣਾ ਘਰ ਢਾਹ ਕੇ ਉਸ ਦੀ ਥਾਂ 'ਤੇ ਆਪਣੀ ਸਕੀਮ ਦੇ ਨਾਲ ਵਧੀਆ ਢੰਗ ਨਾਲ ਘਰ ਬਣਾ ਲਵੇ, ਜਿਵੇਂ ਕੋਈ ਪੁਰਾਣਾ ਸਾਧਨ ਵੇਚ ਕੇ ਉਸ ਦੀ ਥਾਂ 'ਤੇ ਨਵਾਂ ਸਾਧਨ ਲੈ ਲਵੇ, ਉਸ ਨੂੰ ਬਦਲ ਹੀ ਦੇਵੇ। ਇਸ ਤਰ੍ਹਾਂ ਸਿੱਖੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਹੈ, ਜਿਸ ਦੇ ਬਾਨੀ, ਜਿਸ ਦੇ ਮੁਖੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬਚਪਨ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਸਿੱਖ ਤੋਂ ਸਿੰਘ ਤੱਕ ਤਕਰੀਬਨ 239 ਸਾਲ ਦੇ ਅਰਸੇ ਵਿੱਚ ਪੁਰਾਤਨਤਾ ਤੋਂ ਬਿਲਕੁਲ ਵੱਖਰਾ ਨਵੀਨ ਵਿਚਾਰਧਾਰਾ ਵਾਲਾ ਪੰਥ ਸਿਰਜਿਆ। ਤਾਂ ਫਿਰ ਉਹ ਨੌਜਵਾਨ ਕਹਿਣ ਲੱਗਾ ਕਿ ਭਾਈ ਸਾਹਿਬ ਜੀ, ਫਿਰ ਵੀ ਤੁਸੀਂ ਮੈਨੂੰ ਜਰਾ ਵਿਸਥਾਰ ਸਹਿਤ
ਕੁਝ ਸਮਝਾਉਣਾ ਕਰੋ। ਤਾਂ ਸਿੰਘ ਕਹਿਣ ਲੱਗਾ ਕਿ ਵੇਖੋ, ਗੁਰੂ ਨਾਨਕ ਪਾਤਸ਼ਾਹ ਭਾਵੇਂ ਬੇਦੀ ਖੱਤਰੀ ਵਿਚਾਰ ਵਿੱਚੋਂ ਸਨ, ਪਰ ਉਹਨਾਂ ਨੇ ਆਪਣੇ ਕਬੀਲੇ ਜਾਂ ਸਮਾਜ ਦੀਆਂ ਫੋਕਟ ਕਰਮਕਾਂਡ ਬਣ ਚੁੱਕੀਆਂ ਕੋਈ ਵੀ ਰੀਤਾਂ ਨੂੰ ਐਵੇਂ ਪ੍ਰਵਾਨ ਨਹੀਂ ਕੀਤਾ। ਔਰ ਬਚਪਨ ਵਿੱਚ ਜਦੋਂ ਉਹਨਾਂ ਨੂੰ ਜਨੇਊ ਪਾਉਣ ਲੱਗੇ ਤਾਂ ਉਹਨਾਂ ਜਿਸ ਜਨੇਊ ਦੀ ਪਾਂਡੇ ਤੋਂ ਮੰਗ ਕੀਤੀ, ਉਹ ਇਸ ਦਾ ਬਦਲਾਓ ਸੀ। ਜੋ ਪਾਂਡੇ ਪਾਸ ਨਹੀਂ ਸੀ, ਉਹਨਾਂ ਪਾਂਡੇ ਤੋਂ ਕੀ ਮੰਗਿਆ? ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੈ, ਨਾ ਇਹੋ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਈ। ਕਿਹੇ ਭਾਈ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਕਿਹੇ ਪੰਡਤ, ਮੈਨੂੰ ਉਹ ਜਨੇਊ ਪਵਾ ਜਿਸ ਕਪਾਹ ਦਇਆ ਹੋਵੇ, ਜਿਸ ਦੀ ਕਪਾਹ ਦਇਆ ਹੋਵੇ, ਉਹ ਦਇਆ ਦੀ ਕਪਾਹ ਤੋਂ ਬਣਿਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਾਤ ਦੀਆਂ ਹੋਣ, ਜਿਸ ਦਾ ਵੱਟ ਉੱਚਾ ਤੇ ਸੁੱਚਾ, ਸੱਤ ਵਾਲਾ, ਸੱਚ ਵਾਲਾ, ਉੱਚਾ ਆਚਰਨ ਵਾਲਾ ਹੋਵੇ। ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਜੇ ਤੇਰੇ ਪਾਸ ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ ਮੇਰੇ ਗਲ ਵਿੱਚ ਪਾ ਦੇ। ਨਾ ਇਹ ਟੁੱਟੈ ਨਾ ਮਨ ਲੱਗੈ, ਨਾ ਇਹੋ ਜਲੇ ਨਾ ਜਾਏ। ਕਿਹੇ ਪੰਡਤ, ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਤੇ ਨਾ ਹੀ ਇਹ ਗਵਾਚਦਾ ਹੈ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਿ ਹੇ ਨਾਨਕ, ਉਹ ਮਨੁੱਖ ਉੱਚੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿੱਚ ਪਾਇਆ ਹੈ। ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਹੇ ਪੰਡਤ, ਜੇ ਤੂੰ ਜਨੇਊ ਪਾਉਣਾ ਹੈ ਤਾਂ ਮੈਨੂੰ ਇਹ ਪਾ। ਮੈਂ ਕਹਿੰਦਾ ਕਿ ਸਿੱਖ ਇਨਕਲਾਬ ਦੀ ਇਹ ਪਹਿਲੀ ਇੱਟ ਸੀ ਜੋ ਸਿੱਖ ਪੰਥ ਵਿੱਚ ਮਹੱਲ ਦੀਆਂ ਨੀਹਾਂ ਵਿੱਚ ਲੱਗੀ। ਤੇ ਫਿਰ ਗੁਰੂ ਜੀ ਦਾ ਸੁਲਤਾਨਪੁਰ ਵਿਖੇ ਨਾ ਕੋ ਹਿੰਦੂ ਨਾ ਮੁਸਲਮਾਨ ਦਾ ਬੁਲੰਦ ਨਾਅਰਾ, ਜਾਤਾਂ ਪਾਤਾਂ 'ਚ ਵੰਡੇ ਸਮਾਜ, ਤੇ ਉਹ ਵੀ ਇਸਲਾਮੀ ਰਾਜ ਵਿੱਚ ਇਹ ਨਾਅਰਾ ਲਾਉਣਾ ਸਿੱਖ ਇਨਕਲਾਬ ਦਾ ਉਹ ਹਥੌੜਾ ਸੀ ਜਿਸ ਨੇ ਸਮਾਜ ਵਿੱਚ ਉਸਰੀ ਜਾਤ ਪਾਤ ਤੇ ਛੂਤ ਛਾਤ ਦੀ ਹਉਮੈਵਾਦ ਦੀ ਦੀਵਾਰ 'ਤੇ ਕਰਾਰੀ ਚੋਟ ਮਾਰੀ। ਫਿਰ ਨੌਜਵਾਨ ਕਹਿਣ ਲੱਗਾ, ਗੱਲ ਤਾਂ ਜੀ ਤੁਹਾਡੀ ਬਹੁਤ ਵਧੀਆ, ਇਉਂ ਸਿੱਖ ਇਨਕਲਾਬ ਦੀ ਸ਼ੁਰੂਆਤ ਹੋਈ? ਤਾਂ ਵਿਦਵਾਨ ਸਿੰਘ ਲੱਗਾ, ਬਿਲਕੁਲ ਇਸੇ ਤਰ੍ਹਾਂ ਹੀ ਹੋਈ। ਜੋ ਸ਼ੁਰੂਆਤ ਹੈ ਇੱਥੋਂ ਹੀ ਹੁੰਦੀ ਹੈ। ਫਿਰ ਗੁਰੂ ਪਾਤਸ਼ਾਹ ਜੀ ਦਾ ਭਾਈ ਮਰਦਾਨਾ ਜੀ ਨੂੰ ਲੋਕ ਨੀਵੀਂ ਜਾਤ ਦਾ ਜਿਸ ਨੂੰ ਕਹਿੰਦੇ ਸਨ, ਉਹਨਾਂ ਨੂੰ ਸਾਥ ਰਬਾਬੀ ਲੈਣਾ ਤੇ ਵਰਨ ਵੰਡ ਸੰਬੰਧੀ ਸਵਾਲ ਕਰਨ ਵਾਲਿਆਂ ਨੂੰ ਦਲੇਰੀ ਨਾਲ ਉੱਤਰ ਦੇਣਾ, ਜੋ ਬਹੁਤ ਵੱਡੀ ਮਿਸਾਲ ਹੈ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ। ਸਤਿਗੁਰੂ ਨੇ ਇਸ ਤਰ੍ਹਾਂ ਉਹਨਾਂ ਉੱਚ ਜਾਤੀਆਂ ਨੂੰ ਜਵਾਬ ਦਿੱਤਾ। ਤਾਂ ਦਲੇਰੀ ਭਰੇ ਉੱਤਰ ਸੁਣ ਕੇ ਜਿੱਥੇ ਉਹ ਚੁੱਪ ਕਰ ਜਾਂਦੇ ਸਨ, ਜਾਤ ਅਭਿਮਾਨੀਆਂ ਨੂੰ ਨਿਰ ਉੱਤਰ ਕਰ ਦਿੰਦੇ ਸਨ,
ਇਸੇ ਤਰ੍ਹਾਂ ਅਨੇਕ ਤਰ੍ਹਾਂ ਦੀ ਪੂਜਾ ਜਾਂ ਕਰਮ ਕਾਂਡਾਂ ਤੋਂ ਲਕਾਈ ਨੂੰ ਵਰਜਣਾ, ਇੱਕ ਪਰਮਾਤਮਾ ਦੇ ਨਾਮ ਦੀ ਹੀ ਵਡਿਆਈ ਕਰਨੀ, ਉਸ ਪ੍ਰਭੂ ਦੇ ਨਾਮ ਦੀ ਹੀ ਮਹਿਮਾ ਗਾ ਕੇ ਉਸ ਨਾਲ ਜੋੜਨਾ, ਸੱਚ ਦਾ ਪ੍ਰਚਾਰ ਕਰਨਾ, ਉਹ ਪੁਰਾਤਨ ਢਾਂਚੇ ਨੂੰ ਬਦਲਣਾ ਹੀ ਸੀ। ਉਹ ਇੱਕ ਇਨਕਲਾਬ ਹੀ ਸੀ। ਜਿਵੇਂ ਸਿਆਣੇ ਕਹਿੰਦੇ ਹਨ ਕਿ ਪੁਰਾਣੇ ਨੂੰ ਢਾਹੇ ਤੋਂ ਬਿਨਾਂ ਨਵਾਂ ਨਹੀਂ ਉਸਾਰਿਆ ਜਾ ਸਕਦਾ। ਜੇ ਕੋਈ ਪੁਰਾਣਾ ਘਰ ਢਾਵੇਗਾ ਤਾਂ ਉਹਦੀ ਥਾਂ 'ਤੇ ਨਵਾਂ ਬਣ ਸਕਦਾ ਹੈ। ਜੇ ਕੋਈ ਕਵੇ ਕਿ ਮੈਂ ਨਵੇਂ ਦੀ ਮੁਰੰਮਤ ਵੀ ਕਰ ਲਵਾਂ ਅਤੇ ਇਹਦੀ ਥਾਂ 'ਤੇ ਨਵਾਂ ਵੀ ਪਾ ਲਵਾਂ, ਪਰ ਇਹ ਨਹੀਂ ਹੋ ਸਕਦਾ। ਨਵਾਂ ਬਣਾਉਣ ਵਾਸਤੇ ਪੁਰਾਣੇ ਨੂੰ ਢਾਉਣਾ ਹੀ ਪਵੇਗਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਪੁਰਾਣੀਆਂ ਰੀਤੀਆਂ ਰਿਵਾਜਾਂ ਕਰਮ ਕਾਂਡਾਂ ਨੂੰ ਦੂਰ ਕਰਕੇ ਉਸ ਦੀ ਥਾਂ 'ਤੇ ਇਹ ਨਵਾਂ ਸਿੱਖ ਪੰਥ ਉਸਾਰਿਆ ਹੈ। ਇਹ ਨਵਾਂ ਹੀ ਉਸਾਰਿਆ ਹੈ ਅਤੇ ਨਵੇਂ ਨੂੰ ਉਸਾਰਨਾ ਹੀ ਇੱਕ ਇਨਕਲਾਬ ਹੈ। ਫਿਰ ਉਹ ਨੌਜਵਾਨ ਕਹਿਣ ਲੱਗਾ ਕਿ ਉਦੋਂ ਤਾਂ ਕਹਿੰਦੇ ਸਨ ਕਿ ਜਾਤ ਪਾਤ ਦਾ ਭੂਤ ਇੰਨਾ ਸਵਾਰ ਸੀ ਕਿ ਸ਼ੂਦਰ ਨੂੰ ਮਾਰਨਾ ਉੱਲੂ ਜਾਂ ਕੁੱਤੇ ਦੇ ਮਾਰਨ ਦੇ ਬਰਾਬਰ ਹੀ ਸਮਝਿਆ ਜਾਂਦਾ ਸੀ। ਤਾਂ ਵਿਦਵਾਨ ਸਿੰਘ ਕਹਿਣ ਲੱਗਾ, ਇਸੇ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਇਸ ਨਵੀਨ ਪ੍ਰਚਾਰ ਦੀ ਮਹਿਮਾ ਤੋਂ ਖੁਸ਼ ਹੋ ਕੇ ਕਿ ਇਸੇ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਦੇ ਇਸ ਨਵੀਨ ਪ੍ਰਚਾਰ ਦੀ ਮਹਿਮਾ ਤੋਂ ਖੁਸ਼ ਹੋ ਕੇ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਤੇ ਨਿਆਰੇ ਪੰਥ ਦਾ ਸਿੱਕਾ ਜਗਤ ਵਿੱਚ ਤਾਂ ਹੀ ਚੱਲਿਆ ਕਿ ਗੁਰੂ ਜੀ ਨੇ ਪੁਰਾਤਨ ਢਾਂਚੇ ਨੂੰ ਪ੍ਰਵਾਨ ਨਹੀਂ ਕੀਤਾ, ਉਹਦੀ ਥਾਂ 'ਤੇ ਨਵੇਂ ਦੀ ਸਿਰਜਣਾ ਕੀਤੀ। ਸਿੱਧਾਂ ਜੋਗੀਆਂ ਨਾਲ ਲੰਮੀਆਂ ਗੋਸ਼ਟਾਂ ਕੀਤੀਆਂ, ਪੰਡਤਾਂ ਮੁੱਲਾਂ ਕਾਜ਼ੀਆਂ ਨੂੰ ਉਹਨਾਂ ਦੇ ਫਰਜ਼ਾਂ ਪ੍ਰਤੀ ਸੁਚੇਤ ਕੀਤਾ ਅਤੇ ਇੱਥੋਂ ਤੱਕ ਵੀ ਕਿਹਾ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਗੁਰੂ ਜੀ ਨੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਲੋਕਾਂ ਦੇ ਝੂਠੇ ਅਡੰਬਰਾਂ ਦਾ ਪਰਦਾਫਾਸ਼ ਕੀਤਾ ਅਤੇ ਦੁਨੀਆ ਦਾ ਭ੍ਰਮਣ ਕਰਕੇ ਸੱਚ ਦਾ ਪ੍ਰਚਾਰ ਕੀਤਾ। ਐਸੇ ਮਾਰਗ 'ਤੇ ਚੱਲਣਾ ਕੋਈ ਆਸਾਨ ਨਹੀਂ ਸੀ ਅਤੇ ਇਸ ਮਾਰਗ 'ਤੇ ਕੌਣ ਚੱਲ ਸਕਦਾ ਹੈ? ਪਤਾ ਗੁਰੂ ਜੀ ਨੇ ਕੀ ਕਿਹਾ? ਹਾਂਜੀ, ਕੀ ਫਰਮਾਇਆ ਸੀ? ਸਤਿਗੁਰੂ ਕਹਿੰਦੇ ਜੀ, ਜਿਉਂ ਤਿਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਤਾਂ ਨੌਜਵਾਨ ਕਹਿਣ ਲੱਗਾ ਕਿ ਵਾਹ ਜੀ ਵਾਹ, ਜਿਸ ਪੰਥ ਦੀਆਂ ਨੀਹਾਂ ਹੀ ਇੰਨੀਆਂ ਮਜ਼ਬੂਤ ਹੋਣ, ਜਿਸ ਪੰਥ ਦੀਆਂ ਨੀਹਾਂ ਇੰਨੀਆਂ ਡੂੰਘੀਆਂ ਅਤੇ ਮਜ਼ਬੂਤ ਹੋਣ, ਉੱਥੇ ਸ਼ੰਕਾ ਕਿਵੇਂ ਰਹਿ ਸਕਦਾ ਹੈ? ਉੱਥੇ ਸ਼ੰਕਾ ਕਰਨਾ ਇੱਕ ਮੂਰਖਤਾ ਹੈ। ਤਾਂ ਫਿਰ ਵਿਦਵਾਨ ਸਿੰਘ ਕਹਿਣ ਲੱਗਾ ਕਿ ਗੁਰੂ ਪਿਆਰਿਆ, ਗੁਰਬਾਣੀ ਨੂੰ ਅਰਥਾਂ ਸਮੇਤ ਵਿਚਾਰ ਕੇ ਪੜ੍ਹੋ ਤਾਂ ਗਿਆਨ ਹੋ ਜਾਂਦਾ ਹੈ। ਕਿ ਜਿਵੇਂ ਗੁਰੂ ਜੀ ਨੇ ਊਚ ਨੀਚ, ਜਾਤ ਪਾਤ, ਛੂਤ ਛਾਤ ਦਾ ਖੰਡਨ ਕੀਤਾ, ਧਰਮੀ ਅਖਵਾਉਣ ਵਾਲੇ ਵਿਹਲੜਾਂ ਨੂੰ, ਤਿਆਗੀ ਗ੍ਰਸਤੀਆਂ ਨੂੰ, ਸਧਾਰਨ ਲੋਕਾਈ ਨੂੰ ਅਤੇ ਜ਼ਾਲਮ ਰਾਜਨੀਤਿਕਾਂ ਨੂੰ ਕੀ ਕੀ ਉਪਦੇਸ਼ ਦਿੱਤਾ। ਚਾਹੇ ਉਹ ਜਗਨਨਾਥਪੁਰੀ ਆਰਤੀ ਉਤਾਰਦੇ ਪੰਡਤ ਹੋਣ, ਚਾਹੇ ਹਰਿਦੁਆਰ ਪਿੱਤਰਾਂ ਲਈ ਪਾਣੀ ਝੱਟ ਰਹੇ ਅਰਪਿਤ ਕਰ ਰਹੇ ਅਗਿਆਨੀ ਲੋਕ ਹੋਣ, ਚਾਹੇ ਅੱਲਾ ਦਾ ਘਰ ਮੱਕੇ ਵੱਲ ਸਮਝ ਰਹੇ ਕਾਜੀ ਹੋਣ, ਚਾਹੇ ਉਹ ਸੱਜਣ ਠੱਗ ਹੋਵੇ, ਕੌਡਾ ਰਾਖਸ਼ ਹੋਵੇ, ਵਲੀ ਕੰਧਾਰੀ ਹੋਵੇ, ਪਰਬਤੀ ਸ਼ਵ ਬੈਠੇ ਸਿੱਧ ਜੋਗੀ ਹੋਣ, ਮਲਕ ਭਾਗੋ ਜਾਂ ਬਾਬਰ ਹੋਵੇ, ਸਭਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਕੀਤਾ, ਫਰਜ਼ਾਂ ਪ੍ਰਤੀ ਉਹਨਾਂ ਨੂੰ ਜਾਗਰਣ ਕੀਤਾ ਅਤੇ ਉਹਨਾਂ ਨੂੰ ਵਿਗਾਰਿਆ ਕਿ ਭਾਈ ਤੁਸੀਂ ਇਨਸਾਨ ਹੋ ਕੇ ਇਨਸਾਨ ਦਾ ਘਾਤ ਕਰ ਰਹੇ ਹੋ, ਇਨਸਾਨ ਹੋ ਕੇ ਇਨਸਾਨ 'ਤੇ ਜ਼ੁਲਮ ਕਰਦੇ ਹੋ, ਤੁਹਾਡੀ ਇਨਸਾਨੀਅਤ ਮਰੀ ਹੋਈ ਹੈ, ਜਿਸ ਕਰਕੇ ਤੁਸੀਂ ਇਹ ਜ਼ੁਲਮ ਕਰਦੇ ਹੋ
ਤਾਂ ਸਤਿਗੁਰੂ ਨੇ ਆਪਣੇ ਆਪਣੇ ਫਰਜ਼ ਸਮਝਣ ਵਾਸਤੇ ਉਹਨਾਂ ਨੂੰ ਸੁਚੇਤ ਕੀਤਾ। ਸੋ ਗੁਰੂ ਪਿਆਰਿਓ, ਇਹ ਸੀ ਕੁਝ ਕੁ ਵਿਚਾਰਾਂ ਇਨਕਲਾਬ ਤੇ ਸੁਧਾਰਵਾਦ ਲਹਿਰ, ਸੋ ਜਿਨ੍ਹਾਂ ਦਾ ਕੁਝ ਕੁ ਆਪਾਂ ਵਿਚਾਰਾਂ ਕੀਤੀਆਂ, ਵਿਚਾਰਾਂ ਦੀ ਸਾਂਝ ਪਾਈ। ਇਸ ਤੋਂ ਅੱਗੇ ਸਤਿਗੁਰੂ ਸਮਾਂ ਬਖਸ਼ਣ ਆਪਾਂ ਫਿਰ ਵਿਚਾਰ ਕਰਾਂਗੇ। ਸੋ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ। ਬਖਸ਼ ਲੈਣਾ ਜੀ। ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।